ਸਵਾਗਤ ਹੈ ਜੀ ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ। ਇਸ ਵਕਤ ਮੌਸਮ 'ਚ ਤਬਦੀਲੀ ਹੋ ਰਹੀ ਹੈ ਔਰ ਅਸੀਂ ਲੈ ਕੇ ਹਾਜ਼ਰ ਹਾਂ ਮੌਸਮ ਬਾਰੇ ਜਾਣਕਾਰੀ। ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਰਾਜ ਅੰਗਦ ਸਿੰਘ ਸੰਧੂ, ਜੋ ਕਿ ਕੈਨੇਡਾ ਵਿੱਚ ਇਸ ਵਕਤ ਜੋ ਮੌਸਮ ਬਦਲ ਰਿਹਾ, ਕਈ ਥਾਵਾਂ ਤੇ ਸਨੋ ਪੈਣੀ ਵੀ ਸ਼ੁਰੂ ਹੋ ਗਈ ਆ ਔਰ ਕਈ ਥਾਵਾਂ ਤੇ ਟੈਂਪਰੇਚਰ ਜਿਹੜਾ ਉਹ ਮਾਈਨਸ ਵਿੱਚ ਵੀ ਚਲਾ ਗਿਆ। ਕੁਝ ਹਾਈਵੇ ਬੰਦ ਹੋਏ ਨੇ, ਕੁਝ ਸੜਕ ਹਾਦਸੇ ਹੋਏ ਨੇ ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ, ਕੁਝ ਇਸ ਤਰ੍ਹਾਂ ਦੀ ਅੱਜ ਚਰਚਾ ਅਸੀਂ ਕਰਾਂਗੇ। ਸੋ ਸਭ ਤੋਂ ਪਹਿਲਾਂ ਮੌਸਮ ਬਾਰੇ ਜਾਣਦੇ ਹਾਂ ਰਾਜ ਕੋਲੋਂ। ਸੋ ਰਾਜ, ਆਪਾਂ ਇਸ ਵਕਤ ਵੈਨਕੂਵਰ 'ਚ ਖੜੇ ਹਾਂ। ਮੈਂ ਕਹਿੰਦਾ ਵੈਨਕੂਵਰ ਤੋਂ ਹੀ ਆਪਾਂ ਸ਼ੁਰੂਆਤ ਕਰਦੇ ਹਾਂ। ਕੀ ਹਾਲਾਤ ਹੈ ਇਸ ਵਕਤ ਵੈਨਕੂਵਰ ਦੇ ਵਿੱਚ ਮੌਸਮ ਦੇ? ਵੈਨਕੂਵਰ ਜੇ ਤੁਸੀਂ ਗੱਲ ਕਰੀਏ ਆਪਾਂ ਲੋਅਰ ਮੇਨਲੈਂਡ, ਸਪੈਸੀਫਿਕਲੀ ਵੈਨਕੂਵਰ ਮੇਨ ਮੈਟਰੋ ਵੈਨਕੂਵਰ ਦੀ, ਅਤੇ ਉਹਦੇ ਵਿੱਚ ਲਗਾਤਾਰ ਤੁਸੀਂ ਦੇਖ ਰਹੇ ਹੋ ਵੀ ਕੱਲ੍ਹ ਰਾਤ ਤੋਂ ਸ਼ਾਵਰਸ ਸ਼ੁਰੂ ਨੇ ਅਤੇ ਵਿੱਚ ਡਰਿਜ਼ਲ ਹੋ ਰਹੀ ਹੈ ਅਤੇ ਵਿੱਚ ਹਲਕਾ ਜਿਹਾ ਜਿਵੇਂ ਕਹਿ ਲਓ ਵੀ ਹੇਲ ਸਟੋਰਮ ਵੀ ਆ ਰਿਹਾ। ਗਸਟੀ ਵਿੰਡਸ ਨੇ ਜਿਹੜੀਆਂ, ਉਹਨਾਂ ਦੀ ਪਬਲਿਕ ਸਟੇਟਮੈਂਟ ਪਹਿਲਾਂ ਹੀ ਜਾਰੀ ਕੀਤੀ ਗਈ ਸੀ ਵੈਦਰ ਕੈਨੇਡਾ ਵੱਲੋਂ। ਅਤੇ ਨਾਲ ਦੀ ਨਾਲ ਜੇ ਦੇਖਿਆ ਜਾਵੇ ਤਾਂ ਸਰੀ ਦੇ ਨਾਲ ਵੈਨਕੂਵਰ ਦੇ ਵਿੱਚ ਵੀ ਸੇਮ ਇੱਦਾਂ ਦੇ ਹਾਲਾਤ ਬਣੇ ਹੋਏ ਨੇ। ਅਤੇ ਵੈਦਰ ਦਾ ਜਿਹੜਾ ਟੈਂਪਰੇਚਰ ਆ ਉਹ ਐਵਰੇਜ 4 ਤੋਂ 6 ਡਿਗਰੀ ਹੈ ਇਹਨਾਂ ਮੈਟਰੋ ਵੈਨਕੂਵਰ ਸਿਟੀਜ਼ ਦੇ ਵਿੱਚ। ਅੱਛਾ, ਤੇ ਸਨੋ ਦਾ ਕੀ ਹਾਲ ਚਾਲ ਹੈ? ਕਿੱਥੇ ਕੁ ਪਹੁੰਚੀ ਸਨੋ ਫੈਲ? ਕਿਉਂਕਿ ਸਰੀ ਵਿੱਚ ਤਾਂ ਜਾਂ ਵੈਨਕੂਵਰ ਤਾਂ ਸਭ ਤੋਂ ਮਗਰੋਂ ਪਹੁੰਚਦੀ ਹੁੰਦੀ ਆ। ਸੋ ਇੱਧਰ ਜੇਕਰ ਅਸੀਂ ਗੱਲ ਕਰੀਏ ਲੋਅਰ ਮੇਨ ਤੋਂ ਥੱਲੇ ਵੱਲ ਨੂੰ, ਤਾਂ ਕਿੱਥੇ ਕੁ ਤੱਕ ਜਿਹੜੀ ਆ ਸਨੋ ਪਹੁੰਚ ਚੁੱਕੀ ਹੈ? ਟੁੱਟ ਸਾਹਿਬ, ਜੇ ਗੱਲ ਕਰੀਏ ਤਾਂ ਹੋਪ ਤੱਕ ਸਨੋ ਆ ਚੁੱਕੀ ਹੈ। ਹੋਪ ਤੱਕ ਸਨੋ ਪੈ ਗਈ ਸੀਗੀ ਇਸ ਵੀਕ ਦੇ ਵਿੱਚ ਹੀ। ਉਸ ਤੋਂ ਬਾਅਦ ਸਨੋ ਦੇ ਕਾਰਨ ਕਾਫੀ ਸੜਕ ਹਾਦਸੇ ਵੀ ਹੋ ਰਹੇ ਨੇ। ਹਾਈਵੇ ਕਾਫੀ ਦੇਰ ਲਈ ਬੰਦ ਰਿਹਾ ਮੈਰਿਟ ਤੱਕ। ਅਤੇ ਲਗਾਤਾਰ ਜੇ ਗੱਲ ਕੀਤੀ ਜਾਵੇ ਰੀਸੈਂਟ ਅਪਡੇਟਸ ਦੀ, ਅਤੇ ਸਨੋਫਾਲ ਦੀ ਵਾਰਨਿੰਗ ਜਿਹੜੀ ਆ ਹੋਪ ਦੇ ਵਿੱਚ ਜਾਰੀ ਕੀਤੀ ਗਈ ਹੈ। 15 ਤੋਂ 30 ਸੈਂਟੀਮੀਟਰ ਦੀ ਸਨੋ ਅੱਜ ਦੇ ਦਿਨ ਦੇ ਵਿੱਚ ਪੈ ਸਕਦੀ ਹੈ। ਜਿਹੜੇ ਹਾਈਵੇ ਤੇ ਸਨੋ ਪਈ, ਕਿੱਥੇ ਕੁ ਜਾ ਕੇ ਤੇ ਕਿੱਥੋਂ ਤੱਕ ਕਿਹੜਾ ਹਾਈਵੇ ਬੰਦ? ਮੈਰਿਟ ਦਾ ਜਿਹੜਾ ਮੇਨ ਕੋਕਾਹਿਲਾ ਹਾਈਵੇ ਹੈ ਉਹ ਸਾਰਾ ਬੰਦ ਸੀਗਾ, ਕਿਉਂਕਿ ਟਰੱਕ ਵਿੱਚ ਜੈਕ ਨਾਈਫ ਹੋ ਗਿਆ ਅਤੇ ਵਿੱਚ ਕਈ ਵਹੀਕਲਸ ਜਿਹੜੇ ਸੀਗੇ ਉਹ ਅੜ ਗਏ, ਅਤੇ 5 ਘੰਟੇ ਤੱਕ ਹਾਈਵੇ ਬੇਸਿਕਲੀ ਬੰਦ ਰਿਹਾ। ਡਰਾਈਵ BC ਦੀ ਵੈਬਸਾਈਟ ਦੇ ਉੱਤੇ ਵੀ ਅਪਡੇਟ ਸੀਗੀ। ਅਤੇ ਉਸ ਤੋਂ ਬਾਅਦ ਜਦੋਂ ਉਹ ਕਲੀਅਰ ਹੋਈ ਹੈ ਅਤੇ ਉਹਦੇ ਕਰਕੇ ਲਗਾਤਾਰ ਸਨੋ ਟਰੱਕਸ ਜਿਹੜੇ ਨੇ ਸਨੋ ਉਹਨੂੰ ਸ਼ਵਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਇਹਦੇ ਨਾਲ ਹੀ ਬਾਰ-ਬਾਰ ਪਬਲਿਕ ਜਿਹੜੀ ਸਟੇਟਮੈਂਟ ਵੈਦਰ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਕਿ ਕੁਝ ਜਿਹੜੇ ਇਲਾਕੇ ਨੇ ਜਿਨ੍ਹਾਂ ਵਿੱਚ ਧੁੱਪ ਨਹੀਂ ਪਹੁੰਚਦੀ, ਜਿਵੇਂ ਜੇ ਕਹਿ ਲਓ ਵੀ ਹਿਲਸ ਦੇ ਥੱਲੇ ਵਾਲੇ ਏਰੀਏ ਨੇ, ਉਹਨਾਂ ਦੇ ਉੱਥੇ ਟੈਂਪਰੇਚਰ ਜਿਹੜਾ ਜਲਦੀ ਲੋ ਹੋ ਜਾਂਦਾ। ਤਾਂ ਕਰਕੇ ਵੀ ਇਹ ਵਾਰਨਿੰਗ ਵੀ ਹੈ ਕਿ ਲੌਂਗ ਹਾਲ ਡਰਾਈਵਰਸ ਨੂੰ ਖਾਸ ਕਰਕੇ ਹਦਾਇਤ ਹੈ ਅਕਤੂਬਰ 1 ਤੋਂ ਜਿਹੜੀਆਂ ਨੇ ਟਰੱਕਾਂ ਦੇ ਉੱਤੇ ਚੇਨਾਂ ਚੜ੍ਹਨ ਨੂੰ ਕਿਹਾ ਗਿਆ ਸੀਗਾ। ਸੋ ਉਹ ਇੱਕ ਤਰ੍ਹਾਂ ਮੈਂਡੇਟਰੀ ਹੋ ਗਈਆਂ ਨੇ। ਅਤੇ ਉਸ ਤੋਂ ਬਾਅਦ ਜਿਹੜਾ ਲੋ ਲੇਇੰਗ ਏਰੀਆਜ਼ ਦੀ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਸੀ, ਉਹਨਾਂ ਵਿੱਚ ਬਲੈਕ ਆਈਸ ਜੰਮ ਜਾਂਦੀ ਹੈ ਇਹਨਾਂ ਇਲਾਕਿਆਂ ਦੇ ਵਿੱਚ। ਸੋ ਤਾਂ ਕਰਕੇ ਕਿਹਾ ਜਾਂਦਾ ਵੀ ਮੋੜਾਂ ਦੇ ਉੱਤੇ ਖਾਸ ਕਰਕੇ ਧਿਆਨ ਰੱਖਿਆ ਜਾਵੇ। ਮੇਰੇ ਖਿਆਲ ਨਾਲ ਜਿਹੜੇ ਹਾਈਵੇ ਤੁਸੀਂ ਗੱਲ ਕੀਤੀ, ਹਾਈਵੇ ਵੈਸੇ ਵੀ ਕਾਫੀ ਮਸ਼ਹੂਰ ਹੈ ਔਖੀ ਡਰਾਈਵਿੰਗ ਲਈ, ਕਿਉਂਕਿ ਕਹਿੰਦੇ ਕਿ ਹਿੱਲ ਕਾਫੀ ਹੈ, ਚੜ੍ਹਾਈ ਕਾਫੀ ਆ। ਅਤੇ ਹੁਣ ਤਾਂ ਮੇਰੇ ਖਿਆਲ ਨਾਲ ਬਿਲਕੁਲ ਔਖਾ ਹੋ ਗਿਆ ਉੱਥੇ ਡਰਾਈਵਿੰਗ ਕਰਨੀ ਇਸ ਵਕਤ, ਤਾਂ ਸ਼ਾਇਦ ਤਾਂ ਹੀ ਬੰਦ ਕੀਤਾ ਹੋਣਾ। ਜੀ, ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਕੋਕਾਹਿਲਾ ਹਾਈਵੇ ਦੀ ਜਿਹੜੀ ਡਰਾਈਵਿੰਗ ਆ ਉਹ ਮੰਨੀ ਗਈ ਹੈ ਆਪਣੇ ਆਪ ਦੇ ਵਿੱਚ ਡਰਾਈਵਿੰਗ ਐਕਸਪੀਰੀਅੰਸ ਦੇ ਲਈ। ਸੋ ਇਹ ਵੈਦਰ ਹਮੇਸ਼ਾ, ਇਹ ਜਿਹੜਾ ਹਾਈਵੇ ਹੈ ਹਮੇਸ਼ਾ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ। ਪਿਛਲੇ ਸਾਲ ਦੇ ਵੀ ਜੇ ਤੁਸੀਂ ਸਟੈਟਸ ਕੱਢ ਕੇ ਦੇਖ ਲਓ ਤਾਂ ਬਹੁਤ ਜ਼ਿਆਦਾ ਐਕਸੀਡੈਂਟਸ ਹੁੰਦੇ ਨੇ। ਸੋ ਤਾਂ ਕਰਕੇ ਵੀ ਕਿਉਂਕਿ ਇਹ ਹਾਈਵੇ ਮੇਨ ਹੈ ਅਤੇ ਮੇਨ BC ਨੂੰ ਕਨੈਕਟ ਕਰਦਾ ਅਲਬਰਟਾ ਦੇ ਨਾਲ, ਸੋ ਇਹਨੂੰ ਲਗਾਤਾਰ ਕਲੀਨ ਕੀਤਾ ਜਾ ਰਿਹਾ। ਬਟ ਕਿਤੇ ਨਾ ਕਿਤੇ ਕਹਿ ਲਓ ਵੀ ਜਾਂ ਸਟਾਫ ਥੁੜ ਜਾਂਦਾ ਜਾਂ ਰਿਸੋਰਸਿਸ ਥੁੜ ਜਾਂਦੇ ਨੇ, ਅਤੇ ਹਾਈਵੇ ਦੇ ਟ੍ਰੈਫਿਕ ਵੋਲੀਅਮ ਕਾਫੀ ਹੋਣ ਕਾਰਨ ਐਕਸੀਡੈਂਟ ਹੋ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਲੇਨ ਸਾਰੀਆਂ ਬੰਦ ਹੋ ਜਾਂਦੀਆਂ। ਅੱਛਾ, ਹੁਣ ਇਸ ਤੋਂ ਜੇ ਆਪਾਂ ਅੱਗੇ ਚੱਲੀਏ, ਅੱਗੇ ਵਿਲੀਅਮਸ ਲੇਕ ਵੱਲ ਨੂੰ, ਜਾਂ ਉਸ ਤੋਂ ਅੱਗੇ ਪ੍ਰਿੰਸ ਰੂਪਰਟ ਜਾਂ ਜਾਰਜ ਵੱਲ, ਉੱਥੇ ਕੀ ਹਾਲਾਤ ਹੈ? ਪ੍ਰਿੰਸ ਜਾਰਜ, ਪ੍ਰਿੰਸ ਰੂਪਰਟ, ਇਹਨਾਂ ਸਾਰੇ ਜਿਹੜੇ ਨਾਰਦਰਨ BC ਵਾਲੇ ਏਰੀਆਜ਼ ਨੇ, ਇਹਨਾਂ ਦੇ ਵਿੱਚ ਪਹਿਲਾਂ ਸਨੋ ਪੈ ਚੁੱਕੀ ਸੀਗੀ। ਸੋ ਹੁਣ ਇਹਨਾਂ ਦਾ ਟੈਂਪਰੇਚਰ ਜਿਹੜਾ ਐਵਰੇਜ 4 ਤੋਂ -9 ਡਿਗਰੀ ਦੇ ਵਿੱਚ ਸੈੱਟ ਹੋ ਗਿਆ ਹੈ। ਸੋ ਹੈਰਾਨੀ ਦੀ ਗੱਲ ਇਹ ਹੈ ਵੀ ਪ੍ਰਿੰਸ ਜਾਰਜ ਦੇ ਵਿੱਚ 2 ਦਿਨ ਪਹਿਲਾਂ ਸਨੀ ਵੈਦਰ ਦੇਖਿਆ ਗਿਆ, ਜਿਹੜਾ ਕਿ ਬਹੁਤ ਵਧੀਆ ਸੀਗਾ। ਇੱਕ ਐਕਸਟ੍ਰੀਮ ਮੰਨਿਆ ਜਾਂਦਾ ਕਿ ਪੀਕ ਸਨੋ ਦੀ ਹੋਵੇ, ਸਨੋ ਟਾਈਮ ਜਿਹੜਾ ਪੀਕ ਚੱਲ ਰਿਹਾ ਹੋਵੇ ਅਤੇ ਅਚਾਨਕ ਵੈਦਰ ਐਨ ਕਲੀਅਰ ਹੋ ਜਾਵੇ। ਅਤੇ ਉਹਦੇ ਕਰਕੇ ਵੀ ਕਾਫੀ ਫੋਟੋਗ੍ਰਾਫਰਸ ਨੇ ਫੋਟੋਆਂ ਪਾਈਆਂ। ਇੰਸਟਾਗ੍ਰਾਮ ਦੇ ਉੱਤੇ ਸਟੋਰੀਜ਼ ਵਾਇਰਲ ਹੋ ਰਹੀਆਂ ਨੇ। ਈਵਨ ਲੋਕਲ ਮੀਡੀਆ ਦੇ ਵਿੱਚ ਵੀ ਉਹ ਨਿਊਜ਼ ਜਿਹੜੀਆਂ ਨੇ ਪਬਲਿਸ਼ ਹੋ ਰਹੀਆਂ। ਮਤਲਬ ਕਿ ਸਨੋ ਤੋਂ ਬਾਅਦ ਫਿਰ ਇੱਕਦਮ ਧੁੱਪ ਖਿੜਾਈ ਸੀ। ਜੀ ਬਿਲਕੁਲ। ਅੱਛਾ, ਇਹਦੇ ਨਾਲ ਇੱਕ ਹੋਰ ਮੈਂ ਤੁਹਾਨੂੰ ਐਕਸਟਰਾਆਰਡਨਰੀ ਗੱਲ ਦੱਸਦਾ ਵੀ ਇਸ ਟਾਈਮ ਵੈਨਕੂਵਰ, ਇਸ ਟਾਈਮ ਜੇ ਗੱਲ ਕਰੀਏ ਪੂਰੇ ਕੈਨੇਡਾ ਦੇ ਵਿੱਚ, ਅਤੇ ਤੁਸੀਂ ਬਿਲੀਵ ਨਹੀਂ ਕਰਨਾ ਵੀ ਸਭ ਤੋਂ ਵਧੀਆ ਵੈਦਰ ਇਸ ਟਾਈਮ ਕਿੱਥੇ ਚੱਲ ਰਿਹਾ। ਇਸ ਟਾਈਮ ਸਭ ਤੋਂ ਪਹਿਲਾਂ ਤਾਂ ਓਨਟਾਰੀਓ ਦੇ ਵਿੱਚ ਸਭ ਤੋਂ ਵਧੀਆ, ਸਭ ਤੋਂ ਪਲੈਜ਼ੈਂਟ ਵੈਦਰ ਬਣਿਆ ਹੈ। 25 ਤੋਂ 26 ਡਿਗਰੀ ਟੈਂਪਰੇਚਰ ਜਾ ਰਿਹਾ। ਥੰਡਰ ਬੇ ਜਿਹੜਾ ਏਰੀਆ, ਉਹਦੇ ਲਾਗੇ ਚਾਗੇ ਦੇ ਇਲਾਕੇ ਜਿਹੜੇ ਨੇ, ਉਹਨਾਂ ਦੇ ਵਿੱਚ ਬਹੁਤ ਹੀ ਵਧੀਆ ਸਨੀ ਵੈਦਰ ਹੈ। ਬਟ ਉੱਥੇ ਵੀ ਸਟੇਟਮੈਂਟ ਜਾਰੀ ਕੀਤੀ ਗਈ ਹੈ ਕਿ ਲੋਕੀ ਵੈਦਰ ਨੂੰ ਵਧੀਆ ਦੇਖ ਕੇ ਖੁਸ਼ ਨਾ ਹੋਣ, ਕਿਉਂਕਿ ਅੱਜ ਸ਼ਾਮ ਤੱਕ 70 ਕਿਲੋਮੀਟਰ ਦੀ ਸਪੀਡ ਦੇ ਨਾਲ ਗਸਟੀ ਵਿੰਡਸ ਚੱਲ ਸਕਦੀਆਂ ਨੇ ਅਤੇ ਵੈਦਰ ਇੱਕਦਮ ਸਵਿਚ ਕਰੇਗਾ। ਅੱਛਾ, ਇਹ ਤਾਂ ਇੱਧਰ ਪ੍ਰਿੰਸ ਜੌਰਜ ਤਾਂ ਮੈਨੂੰ ਲੱਗਦਾ ਫਿਰ ਜਿੱਦਾਂ ਪੰਜਾਬ 'ਚ ਭਾਦੋ ਵਾਲਾ ਮਹੀਨਾ ਚੱਲਦਾ, ਕਦੇ ਇੱਕਦਮ ਠੰਡ ਹੋਈ, ਕਿਤੇ ਮੀਂਹ ਪੈ ਗਿਆ, ਕਿਤੇ ਗਰਮੀ ਹੋ ਗਈ। ਸੋ ਉਸ ਤੋਂ ਆਪਾਂ ਟੋਰਾਂਟੋ ਅਤੇ ਬਰੈਂਪਟਨ ਵੱਲ ਵੀ ਚੱਲਦੇ ਹਾਂ, ਪਰ ਮੈਂ ਕਹਿੰਦਾ ਪਹਿਲਾਂ ਆਪਾਂ ਇੱਧਰ ਨੂੰ ਹੁਣ ਗਾਂਹ ਅਲਬਰਟਾ 'ਚ ਪ੍ਰਵੇਸ਼ ਕਰ ਜਾਈਏ। ਕੈਲਗਰੀ, ਐਡਮਿੰਟਨ ਵਿੱਚ ਵੀ ਆਪਣਾ ਭਾਈਚਾਰਾ ਕਾਫੀ ਵੱਸਦਾ, ਉੱਥੇ ਇਸ ਵਕਤ ਵੈਦਰ ਦੇ ਕੀ ਹਾਲਾਤ ਹੈ? ਅੱਛਾ, ਕੈਲਗਰੀ ਅਤੇ ਐਡਮਿੰਟਨ ਦੇ ਵਿੱਚ ਕਾਫੀ ਪਹਿਲਾਂ ਸਨੋ ਪੈ ਚੁੱਕੀ ਸੀਗੀ, ਅਤੇ ਕੈਲਗਰੀ ਅਤੇ ਵੈਦਰ ਜਿਹੜਾ ਐਡਮਿੰਟਨ, ਕੈਲਗਰੀ ਦੇ ਵਿੱਚ ਹੁਣ ਫਿਰ ਸਨੋ ਦੀ ਜਿਹੜੀ ਹੈ ਵਾਰਨਿੰਗ ਜਾਰੀ ਕੀਤੀ ਗਈ ਹੈ।
15 ਤੋਂ 20 ਸੈਂਟੀਮੀਟਰ ਦੀ ਐਵਰੇਜ ਸਨੋ ਜਿਹੜੀ ਹੈ ਵੀਕਐਂਡ ਤੇ ਪੈ ਸਕਦੀ ਹੈ। ਸੋ ਬੈਂਫ ਦੇ ਨਾਲ ਲੱਗਦਾ ਇਲਾਕਾ ਹੋਣ ਕਾਰਨ ਕਾਫੀ ਠੰਡਾ ਇਲਾਕਾ ਵੀ ਹੈ। ਕੈਲਗਰੀ ਮੇਨ ਤੇ ਐਡਮਿੰਟਨ ਦੇ ਵਿੱਚ -7 ਡਿਗਰੀ ਟੈਂਪਰੇਚਰ ਜਾ ਰਿਹਾ, ਜੋ ਕਿ ਐਵਰੇਜ ਸੈੱਟ ਕੀਤੀ ਗਈ ਹੈ ਇੱਕ ਤਰ੍ਹਾਂ। ਤੇ ਉੱਥੇ ਸਨੋਫਾਲ ਦੀ ਕੋਈ ਵਾਰਨਿੰਗ ਨਹੀਂ ਹੈ, ਉੱਥੇ ਪਹਿਲਾਂ ਹੀ ਸਨੋ ਕਹਿ ਲਓ ਵੀ ਇੰਨੀ ਕੁ ਪੈ ਚੁੱਕੀ ਹੈ ਵੀ ਲੋਕਾਂ ਦੇ ਲਈ ਉਹ ਐਵਰੇਜ ਹੀ ਹੈ, ਵੀ ਉਹਨੂੰ ਡਿਫਾਲਟ ਹੀ ਮੰਨਦੇ ਨੇ। ਅੱਛਾ, ਤੇ ਵੈਸੇ ਮੈਨੂੰ ਲੱਗਦਾ ਕਿ ਐਡਮਿੰਟਨ ਵਿੱਚ ਤਾਂ ਪਿਛਲੇ ਸਾਲ ਦਾ ਕਾਫੀ ਰਿਕਾਰਡ ਟੁੱਟੇ ਸੀ ਮਾਈਨਸ ਟੈਂਪਰੇਚਰ ਦੇ। ਹਾਂਜੀ, ਬਿਲਕੁਲ ਦਰੁਸਤ ਗੱਲ ਹੈ ਕਿ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਐਕਸਟ੍ਰੀਮ ਟੈਂਪਰੇਚਰ ਜਿਹੜਾ ਲਿਵੇਬਲ ਸਿਟੀਜ਼ ਦੇ ਵਿੱਚ ਗਿਆ ਸੀਗਾ, ਸਭ ਤੋਂ ਜ਼ਿਆਦਾ ਡਾਊਨ ਐਡਮਿੰਟਨ ਦੇ ਵਿੱਚ ਗਿਆ ਸੀ। ਹਾਂਜੀ, -50 ਤੋਂ ਉੱਤੇ ਸੀ, -53 ਡਿਗਰੀ ਸੀ ਜਿਸ ਤੱਕ ਮੈਨੂੰ ਯਾਦ ਹੈ ਸ਼ਾਇਦ। ਮੇਰੇ ਖਿਆਲ ਨਾਲ -55 ਦੀ ਗੱਲ ਵੀ ਚੱਲ ਰਹੀ ਸੀ, ਪਰ ਦੇਖਦੇ ਹਾਂ ਐਕਟਿਵ ਵੀ ਕਹਿੰਦੇ ਕਿ ਠੰਡ ਤਾਂ ਐਕਟਿਵ ਬਹੁਤ ਪੈਣੀ ਆ। ਅੱਛਾ, ਇੱਧਰ ਵਿਨੀਪੈਗ ਤੇ ਮੈਨੀਟੋਬਾ 'ਚ ਕੀ ਹਾਲਾਤ ਨੇ ਮੌਸਮ ਦੇ ਇਸ ਵਕਤ? ਅੱਛਾ, ਵਿਨੀਪੈਗ ਦੇ ਵਿੱਚ ਕੀ ਹੋਇਆ ਸੀਗਾ ਕਿ ਅਕਤੂਬਰ ਦੇ ਫਸਟ ਵੀਕ ਦੇ ਵਿੱਚ ਇੱਕ ਕਾਫੀ ਭਿਆਨਕ ਥੰਡਰਸਟਾਰਮ ਆਇਆ ਸੀਗਾ, ਜਿਹਨੇ ਐਵਰੇਜ ਇਹ ਮੰਨੀ ਗਈ ਹੈ ਸਟੈਟਸ ਦੇ ਅਕੋਰਡਿੰਗ ਵੀ 10% ਜਿਹੜੇ ਦਰਖਤ ਸੀਗੇ ਸਿਟੀ ਪ੍ਰੋਪਰਟੀ ਦੇ ਉੱਤੇ ਉਹ ਸਾਰੇ ਡੈਮੇਜ ਕਰ ਦਿੱਤੇ। ਤੇ ਇੱਕ ਸੀਜ਼ਨ ਦੇ ਵਿੱਚ ਸਿਟੀ ਆਫ ਵਿਨੀਪੈਗ ਨੇ ਐਵਰੇਜ ਕੱਢੀ ਹੈ ਕਿ 10,000 ਕਾਲਸ ਉਹਨਾਂ ਨੂੰ ਆਉਂਦੀਆਂ ਨੇ ਵੀ ਸਾਡੇ ਹੇਲਸਟਾਰਮ ਆਉਣ ਕਾਰਨ ਜਾਂ ਥੰਡਰਸਟਾਰਮ ਆਉਣ ਕਾਰਨ ਸਾਡੀ ਪ੍ਰੋਪਰਟੀ ਦੇ ਉੱਤੇ ਦਰਖਤ ਡਿੱਗ ਗਿਆ। ਸੋ ਇਹ ਸਟੈਟਸ ਦੇ ਵਿੱਚ ਹਜੇ ਤੱਕ ਪ੍ਰਾਈਵੇਟ ਜਿਹੜੀ ਪ੍ਰੋਪਰਟੀਜ਼ ਉੱਤੇ ਟਰੀਜ਼ ਡੈਮੇਜ ਹੋਏ ਨੇ ਉਹਦਾ ਡਾਟਾ ਨਹੀਂ ਕੈਲਕੂਲੇਟ ਕੀਤਾ ਗਿਆ। ਤੇ ਨਾਲ ਦੀ ਨਾਲ ਹੀ ਜਦੋਂ ਇਹ ਹੇਲਸਟਾਰਮ ਆਇਆ ਥੈਂਕਸਗਿਵਿੰਗ ਦਾ ਵੀਕ ਤੋਂ ਨੈਕਸਟ ਵੀਕ ਸੀਗਾ, ਤੇ ਉਹਦੇ ਕਰਕੇ ਮੇਨ ਜਿਹੜੀ ਹੈਲਪ ਹੈ ਜਾਂ ਕਹਿ ਲਓ ਵੀ ਸਿਟੀ ਆਫ ਵਿਨੀਪੈਗ ਹਜੇ ਪ੍ਰੀਪੇਅਰਡ ਨਹੀਂ ਸੀਗੀ। ਟੋਰਾਂਟੋ ਤੋਂ ਜਾਂ ਦੂਜੇ ਰਜਾਈਨਾ ਹੋ ਗਿਆ, ਸੈਸਕਟੂਨ, ਇਹਨਾਂ ਇਲਾਕਿਆਂ ਤੋਂ ਹੈਲਪ ਮੰਗਾਈ ਗਈ, ਫਾਇਰ ਫਾਈਟਰਸ ਤੇ ਕਰੂਜ਼ ਆਏ ਤੇ ਉਹਨਾਂ ਨੇ ਹੈਲਪ ਕੀਤੀ। ਸੋ ਵਿਨੀਪੈਗ ਦਾ ਵੀ ਵੈਦਰ ਇਸ ਟਾਈਮ ਜਿਹੜਾ ਹੈ ਉਹ -11-12 ਡਿਗਰੀ ਦੇ ਲਾਗੇ ਜਾ ਰਿਹਾ। ਅੱਛਾ, ਤੇ ਇਸ ਵਕਤ ਵੀ ਉੱਥੇ ਮੰਨ ਲਓ ਕਿ ਠੰਡ ਹੈਗੀ। ਸੋ ਹੁਣ ਜੇ ਆਪਾਂ ਗੱਲ ਕਰੀਏ ਬਰੈਂਪਟਨ, ਟੋਰਾਂਟੋ ਦੀ, ਆਟਵਾ ਦੀ, ਤਾਂ ਇੱਥੇ ਕੀ ਹਾਲਾਤ ਹੈ ਇਸ ਵਕਤ ਮੌਸਮ ਦੇ? ਅੱਛਾ, ਓਨਟਾਰੀਓ ਦੇ ਵਿੱਚ ਵੀ ਕਹਿ ਲਓ ਵੀ ਦੋ ਤਰ੍ਹਾਂ ਇੱਕ ਸਵਿਚ ਚੱਲ ਰਿਹਾ। ਕੁਝ ਥਾਵਾਂ 'ਤੇ ਟੈਂਪਰੇਚਰ ਜਿਹੜਾ ਡਾਊਨ ਜਾ ਰਿਹਾ, ਪਰ ਕੁਝ ਥਾਵਾਂ 'ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੈਦਰ ਕਾਫੀ ਪਲੈਜ਼ੈਂਟ ਹੈ। ਟੋਰਾਂਟੋ ਦੀ ਗੱਲ ਕੀਤੀ ਜਾਵੇ ਤਾਂ ਟੋਰਾਂਟੋ ਦੇ ਵਿੱਚ ਇਸ ਟਾਈਮ ਹਾਲਾਤ ਇੱਦਾਂ ਦੇ ਲੱਗ ਰਹੇ ਆ ਕਿ ਜਿਵੇਂ ਸਮਰ ਦੁਬਾਰਾ ਰੀਗੇਨ ਕਰ ਰਹੀ ਹੈ, ਵੀ ਲੋਕਾਂ ਨੂੰ ਇਹ ਲੱਗ ਰਿਹਾ ਸਮਰ ਆ ਰਹੀ ਹੈ। ਸੋ ਬਾਰ-ਬਾਰ ਉਹਨਾਂ ਦੀ ਸਿਟੀ ਵੱਲੋਂ ਵੀ ਤੇ ਈਵਨ ਵੈਦਰ ਕੈਨੇਡਾ ਵੱਲੋਂ ਵੀ ਪਬਲਿਕ ਸਟੇਟਮੈਂਟ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ, ਪਬਲਿਕ ਅਲਰਟਸ ਜਾਰੀ ਕੀਤੇ ਗਏ ਨੇ। ਉਹਨਾਂ ਵਿੱਚ ਕਿਹਾ ਜਾ ਰਿਹਾ ਕਿ ਵੈਦਰ ਇੱਕਦਮ ਸਵਿਚ ਕਰ ਸਕਦਾ, ਸੋ ਤਾਂ ਕਰਕੇ ਅੱਧੀਆਂ ਬਾਹਾਂ ਵਾਲੀਆਂ ਟੀ-ਸ਼ਰਟਾਂ ਪਾ ਕੇ ਬਾਹਰ ਨਾ ਜਾਓ, ਵੀ ਹੋਰ ਤੁਹਾਨੂੰ ਪਤਾ ਲੱਗੇ ਵੀ ਇੱਕਦਮ ਠੰਡ ਹੋ ਸਕਦੀ ਹੈ। ਠੀਕ ਹੈ। ਅੱਛਾ, ਤੇ ਜੇ ਇੱਥੋਂ ਅੱਗੇ ਆਪਾਂ ਗੱਲ ਕਰ ਲਈਏ, ਹੁਣ ਜੇ ਆਪਾਂ ਪੂਰੇ ਕੈਨੇਡਾ ਦਾ ਗੇੜਾ ਕੱਢ ਹੀ ਰਹੇ ਹਾਂ, ਤਾਂ ਅਖੀਰ 'ਚ ਆਪਾਂ ਕਿਊਬਕ, ਮੌਂਟਰੀਅਲ ਵਗੈਰਾ, ਕਿਉਂਕਿ ਉੱਥੇ ਵੀ ਆਪਣਾ ਭਾਈਚਾਰਾ ਕਾਫੀ ਆ, ਉੱਥੇ ਇਸ ਵਕਤ ਵੈਦਰ ਦੇ ਕੀ ਹਾਲਾਤ ਹੈ? ਜੇ ਗੱਲ ਕੀਤੀ ਜਾਵੇ ਮੌਂਟਰੀਅਲ ਦੀ, ਤਾਂ ਤੁਹਾਨੂੰ ਪਤਾ ਹੀ ਹੈ ਕਿ ਮੌਂਟਰੀਅਲ ਤੇ ਕਿਊਬੈਕ ਦੇ ਵਿੱਚ ਵੀ ਸਨੋ ਜਿਹੜੀ ਹੈ ਬਹੁਤ ਪੋਪੂਲਰ ਹੈ, ਵੀ ਬੜੀ ਪਹਿਲਾਂ ਪੈ ਜਾਂਦੀ ਹੈ। ਪਰ ਜੇ ਹੁਣ ਗੱਲ ਕੀਤੀ ਜਾਵੇ ਐਗਜ਼ੈਕਟਲੀ ਤੇ ਉਹਨਾਂ ਦੇ ਉੱਥੇ ਵੀ ਜਿਹੜਾ ਵੈਦਰ ਹੈ ਥੋੜ੍ਹਾ ਰੇਨ ਮਿਕਸ ਜਾ ਰਿਹਾ। ਸਨੋਫਾਲ ਦੀ ਵਾਰਨਿੰਗਸ ਵਿੱਚ ਸੀਗੀਆਂ, ਬਟ ਹਜੇ ਇਸ ਟਾਈਮ ਕਹੀਏ ਤੇ ਕਲਾਊਡੀ ਤੇ ਰੇਨ ਮਿਕਸ ਚੱਲ ਰਿਹਾ ਵੈਦਰ ਉਹਨਾਂ ਦਾ। ਅੱਛਾ, ਹੁਣ ਆਪਾਂ ਇੱਕ ਹੋਰ ਗੱਲ ਕਰ ਲਈਏ, ਮੈਂ ਕਹਿੰਦਾ ਜਾਂਦੇ ਜਾਂਦੇ, ਕਿਉਂਕਿ ਅਕਸਰ ਜਦੋਂ ਸਨੋ ਪੈ ਜਾਂਦੀ ਆ ਤਾਂ ਬਹੁਤ ਸਖਤ ਹਾਦਸੇ ਹੁੰਦੇ ਆ। ਸੋ ਇਸ ਵਕਤ ਸਨੋ ਟਾਇਰਸ ਵਗੈਰਾ ਦੀ ਜਿਹੜੀ ਉਹ ਰਿਕੁਆਇਰਮੈਂਟ ਸ਼ੁਰੂ ਹੋ ਚੁੱਕੀ ਹੈ, ਜਾਂ ਕੀ ਇਸ ਵਕਤ ਜਿਹੜਾ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ? ਜੀ, BC ਦੇ ਵਿੱਚ ਕੀ ਹੁੰਦਾ, ਕਿਉਂਕਿ BC 'ਚ ਆਪਣੇ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀਗਾ ਵੀ ਲੋਅਰ ਮੇਨਲੈਂਡ ਖਾਸ ਕਰਕੇ ਵੀ ਐਂਡ 'ਤੇ ਜਾ ਕੇ ਸਨੋ ਪੈਂਦੀ ਹੈ। ਸੋ ਲੋਅਰ ਮੇਨਲੈਂਡ ਤੋਂ ਹਲਕਾ ਜਿਹਾ ਬਾਹਰ ਜਾਈਏ ਫਰੇਜ਼ਰ ਵੈਲੀ ਦੇ ਲਾਗੇ, ਤੇ ਉੱਥੋਂ ਦੀ ਮੈਂਡੇਟਰੀ ਹੋ ਜਾਂਦਾ ਸਨੋ ਟਾਇਰਸ ਹੋਣੇ ਜ਼ਰੂਰੀ ਨੇ। ਲੌਂਗ ਹੌਲ ਜਿਹੜੇ ਟਰੱਕਸ ਨੇ ਉਹਨਾਂ ਦੇ ਉੱਤੇ ਜਿਹੜੀਆਂ ਸਨੋ ਚੇਨਸ ਹੋਣੀਆਂ ਬਹੁਤ ਜ਼ਰੂਰੀ ਨੇ। ਸੋ ਇਹ ਮੈਂਡੇਟਰੀ ਹੋ ਜਾਂਦਾ ਇੱਕ ਤਰ੍ਹਾਂ ਵੀ ਤੁਹਾਡੀ ਸੇਫਟੀ ਦੇ ਲਈ ਵੀ ਹੈ, ਤੇ ਗਵਰਨਮੈਂਟ ਵੱਲੋਂ ਇਹ ਜਿਹੜੇ ਰੂਲਸ ਨੇ ਉਹ ਵੀ ਸੈੱਟ ਕੀਤੇ ਗਏ ਨੇ। ਅੱਛਾ, BC ਦੇ ਵਿੱਚ ਕਿਉਂਕਿ ਪਿਛਲੀ ਵਾਰ ਅਸੀਂ ਦੇਖਿਆ ਕਿ ਇੱਥੇ ਵੈਨਕੂਵਰ ਦੇ ਵਿੱਚ ਜਿਹੜਾ ਵਾ ਕ੍ਰਿਸਮਸ ਤੱਕ ਵੀ ਸਨੋ ਨਹੀਂ ਪਈ ਸੀ। ਇਸ ਵਾਰ ਕੋਈ ਵਾਰਨਿੰਗ ਹੈ ਕਿ ਪਹਿਲਾਂ ਸਨੋ ਪੈ ਸਕਦੀ ਹੈ? ਡਾਕਟਰ ਸਾਹਿਬ, ਬੜੀ ਹੈਰਾਨੀ ਦੀ ਗੱਲ ਹੈ, 14 ਡੇਜ਼ ਦਾ ਜਿਹੜਾ ਮੈਂ ਵੈਦਰ ਫੋਰਕਾਸਟ ਦੇਖ ਰਿਹਾ ਸੀਗਾ, ਪਹਿਲਾਂ ਮੰਡੇ ਸਨੋ ਸ਼ੋ ਕਰ ਰਿਹਾ ਸੀ ਸਰੀ ਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ। ਬਟ ਕਹਿ ਲਓ ਵੀ ਐਲਟੀਟਿਊਡ ਦਾ ਫਰਕ ਹੈ ਜਾਂ ਵੈਦਰ ਦਾ ਥੋੜ੍ਹਾ ਜਿਹਾ ਫਰਕ ਹੈ। ਪਿਟ ਮੈਡੋਜ਼ ਤੱਕ ਵਿੱਚ ਹੇਲਸਟਾਰਮ ਕਾਰਨ ਥੋੜ੍ਹਾ ਰੇਨ ਮਿਕਸ ਸਨੋ ਪੈ ਚੁੱਕੀ ਹੈ, ਬਟ ਸਰੀ ਦੇ ਵਿੱਚ ਹਜੇ ਤੱਕ ਇੱਦਾਂ ਦੇ ਕੋਈ ਹਾਲਾਤ ਨਹੀਂ ਹੈ। 14 ਦਿਨ ਦਾ ਕਹਿ ਲਓ ਵੀ ਜਿਹੜਾ ਫੋਰਕਾਸਟ ਹੈ ਉਹ ਹੌਲੀ ਹੌਲੀ ਕਰਕੇ ਜਿਵੇਂ ਤੁਹਾਡੇ ਨੇੜੇ ਆਉਂਦਾ 3 ਕੁ ਦਿਨ ਰਹਿ ਜਾਂਦੇ ਨੇ, ਤੇ ਉਹ ਫਿਰ ਕਲੀਅਰ ਹੋ ਜਾਂਦਾ, ਫਿਰ ਰੇਨ ਮਿਕਸ ਹੋ ਜਾਂਦਾ, ਜਾਂ ਕਹਿ ਲਓ ਵੀ ਕਲਾਊਡੀ ਹੋ ਜਾਂਦਾ। ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ। ਤੁਹਾਡੀ ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਜਾਣਕਾਰੀ ਕੈਨੇਡਾ ਦਾ ਜਿਹੜਾ ਵੈਦਰ ਸੀਗਾ। ਤੁਸੀਂ ਜਿਵੇਂ ਕਿ ਦੇਖਿਆ ਕਿ ਰਾਜ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਪੂਰੀ ਕਿੱਥੇ ਕਿੱਥੇ ਸਨੋ ਪੈ ਚੁੱਕੀ ਹੈ, ਔਰ ਖਾਸ ਕਰਕੇ ਜਿਨ੍ਹਾਂ ਇਲਾਕਿਆਂ ਵਿੱਚ ਇਸ ਵਕਤ ਸਨੋ ਪੈ ਚੁੱਕੀ, ਉੱਥੇ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੀਆਂ ਕਾਰਾਂ ਨੂੰ ਸਨੋ ਟਾਇਰ ਜਿਹੜੇ ਜ਼ਰੂਰ ਚੜਾ ਲੈਣ। ਅਤੇ ਇਸ ਦੇ ਨਾਲ ਹੀ ਜਿਹੜੇ ਟਰੱਕ ਡਰਾਈਵਰਸ ਆ, ਖਾਸ ਕਰਕੇ ਜਿਵੇਂ ਕਿ ਅਸੀਂ ਗੱਲ ਕੀਤੀ ਕਿ ਕੋਕਾ ਹਿੱਲ ਹਾਈਵੇ ਉੱਤੇ ਵੀ ਜਿਹੜਾ ਵਾ ਉਹ ਇਸ ਵਕਤ ਚੇਨਸ ਪਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਉੱਥੇ ਦਾ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੇ ਵੀ ਅਪੀਲ ਕੀਤੀ ਹੈ ਕਿ ਟਰੱਕ ਡਰਾਈਵਰ ਜਿਹੜੇ ਆ ਜਾਂ ਹੋਰ ਵੀ ਵਹੀਕਲਸ ਵਾਲੇ ਆ ਖਾਸ ਕਰਕੇ ਖਿਆਲ ਰੱਖਣ। ਸੋ ਜੇਕਰ ਕੋਈ ਹੋਰ ਵੀ ਅਪਡੇਟ ਹੋਈ ਵੈਦਰ ਦੇ ਬਾਰੇ ਤਾਂ ਅਸੀਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਸੋ ਹੋਰ ਅਪਡੇਟਸ ਲਈ ਤੁਸੀਂ ਜੁੜੇ ਰਹੋ ਟੀਵੀ ਪੰਜਾਬ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ
ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।